Lesson 4th, The Gold Frame, written by R.K. Lakshman. Rasipuran Krishnaswamy Iyer Lakshman means R.K. Lakshman, born 23rd October 1924, ਜਿਨ੍ਹਾਂ ਦਾ ਜਨਮ 23 ਅਕਤੂਬਰ 1924 ਈਸਵੀ ਵਿੱਚ ਹੋਇਆ, was an Indian cartoonist, illustrator and humorist. ਉਹ ਇੰਡੀਅਨ ਕਾਰਟੂਨਿਸਟ, ਚਿੱਤਰਕਾਰ ਅਤੇ ਹਾਸ ਰਸ ਦੇ ਲੇਖਕ ਸਨ. ਹੀ ਵਾਜ਼ ਵਾਈਡਲੀ ਰਿਗਾਰਡਡ ਐਜ਼ ਇੰਡੀਆਸ ਗ੍ਰੇਟੈਸਟ ਐਵਰ ਕਾਰਟੂਨਿਸਟ. ਉਹਨਾਂ ਨੂੰ ਦੂਰ ਦੂਰ ਤੱਕ ਹੁਣ ਤੱਕ ਦੇ ਇੰਡੀਆ ਦੇ ਸਭ ਤੋਂ ਮਹਾਨ ਕਾਰਟੂਨਿਸਟ ਵਜੋਂ ਜਾਣਿਆ ਜਾਂਦਾ ਸੀ, ਐਂਡ ਵਾਜ਼ ਬੈਸਟ ਨੋਨ ਫॉर ਹਿਸ ਕ੍ਰੀਏਸ਼ਨ ਦ ਕਾਮਨ ਮੈਨ. ਅਤੇ ਉਹਨਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਉਹਨਾਂ ਦੀ ਆਪਣੀ ਇੱਕ ਕਾਰਟੂਨ ਸੀਰੀਜ਼ ਦੀ ਕ੍ਰੀਏਸ਼ਨ ਦ ਕਾਮਨ ਮੈਨ, ਉਸ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਸੀ. ਦਾਤਾ ਵਾਜ਼ ਅ ਪਿਕਚਰ ਫਰੇਮ ਮੇਕਰ. ਦਾਤਾ ਤਸਵੀਰਾਂ ਦਾ ਫਰੇਮ ਬਣਾਉਣ ਵਾਲਾ ਵਿਅਕਤੀ ਸੀ. ਹੀ ਵਾਜ਼ ਅ ਸਾਇਲੈਂਟ ਐਂਡ ਹਾਰਡ ਵਰਕਿੰਗ ਮੈਨ. ਉਹ ਚੁੱਪ ਰਹਿਣ ਵਾਲਾ ਅਤੇ ਮਿਹਨਤੀ ਆਦਮੀ ਸੀ. ਵਨ ਡੇ ਅ ਕਸਟਮਰ ਵਿਜ਼ਿਟਡ ਹਿਜ਼ ਸ਼ੌਪ. ਇੱਕ ਦਿਨ ਇੱਕ ਗਾਹਕ ਉਸ ਦੀ ਦੁਕਾਨ ਤੇ ਆਇਆ. ਹੀ ਵਾਂਟਡ ਦ ਬੈਸਟ ਫਰੇਮ ਫॉर ਅ ਫੋਟੋਗ੍ਰਾਫ ਹੀ ਹੈਡ ਬ੍ਰੌਟ ਵਿਦ ਹਿਮ. ਉਸ ਨੂੰ ਆਪਣੇ ਨਾਲ ਲਿਆਂਦੀ ਹੋਈ ਫੋਟੋਗ੍ਰਾਫ ਲਈ ਸਭ ਤੋਂ ਵਧੀਆ ਫਰੇਮ ਚਾਹੀਦਾ ਸੀ. ਇਟ ਵਾਜ਼ ਅ ਫੋਟੋਗ੍ਰਾਫ ਆਫ ਹਿਜ਼ ਲੇਟ ਗ੍ਰੈਂਡਫਾਦਰ. ਇਹ ਉਸ ਦੇ ਮਰਹੂਮ ਦਾਦਾ ਜੀ ਦੀ ਫੋਟੋ ਸੀ. ਦ ਕਸਟਮਰ ਵਾਂਟਡ ਦ ਬੈਸਟ ਕੱਟ ਮਾਊਂਟ ਫਰੇਮ ਫॉर ਦ ਫੋਟੋਗ੍ਰਾਫ. ਕਸਟਮਰ ਨੂੰ ਆਪਣੇ ਦਾਦਾ ਜੀ ਦੀ ਫੋਟੋ ਵਾਸਤੇ ਸਭ ਤੋਂ ਵਧੀਆ ਕੱਟ ਮਾਊਂਟ ਫਰੇਮ ਚਾਹੀਦਾ ਸੀ. ਸੋ ਕੱਟ ਮਾਊਂਟ ਫਰੇਮ ਇੱਕ ਖਾਸ ਕਿਸਮ ਦਾ ਫਰੇਮ ਹੁੰਦਾ ਹੈ ਜੋ ਕਿ ਤੁਸੀਂ ਇਸ ਪਿਕਚਰ 'ਚ ਦੇਖ ਵੀ ਰਹੇ ਹੋ. ਦਾਤਾ ਪ੍ਰੋਮਿਸਡ ਟੂ ਕੀਪ ਇਟ ਰੈਡੀ ਇਨ 2 ਵੀਕਸ. ਦਾਤਾ ਨੇ ਇਸ ਫਰੇਮ ਨੂੰ 2 ਹਫ਼ਤੇ ਦੇ ਵਿੱਚ ਰੈਡੀ ਕਰਨ ਦਾ ਵਚਨ ਦਿੱਤਾ. ਬਟ ਬਾਏ ਮਿਸਟੇਕ ਦ ਪਿਕਚਰ ਗॉट ਡੈਮੇਜਡ. ਪਰ ਗਲਤੀ ਦੇ ਨਾਲ ਉਸ ਕੋਲ ਉਸ ਦੇ ਦਾਦਾ ਜੀ ਦੀ ਜੋ ਪਿਕਚਰ ਸੀ ਉਹ ਡੈਮੇਜ ਹੋ ਗਈ, ਖਰਾਬ ਹੋ ਗਈ. ਹੀ ਫਾਊਂਡ ਸਮ ਅਦਰ ਪਿਕਚਰ ਆਫ ਅ ਸਿਮਿਲਰ ਲੁਕਿੰਗ ਮੈਨ. ਦਾਤਾ ਨੇ ਉਸ ਕਸਟਮਰ ਦੇ ਦਾਦਾ ਜੀ ਦੇ ਨਾਲ ਮਿਲਦੇ ਜੁਲਦੇ ਆਦਮੀ ਦੀ ਫੋਟੋ ਲੱਭ ਲਈ. ਆਇਰੋਨਿਕਲੀ ਦ ਕਸਟਮਰ ਕੁਡ ਨੋਟ ਨੋ ਦੈਟ ਇਟ ਵਾਜ਼ ਨੋਟ ਦ ਪਿਕਚਰ ਆਫ ਹਿਜ਼ ਗ੍ਰੈਂਡਫਾਦਰ. ਤੇ ਹਾਸੋਹੀਣੀ ਗੱਲ ਇਹ ਸੀ ਕਿ ਕਸਟਮਰ ਨੂੰ ਵੀ ਇਹ ਪਤਾ ਨਹੀਂ ਚੱਲਿਆ ਕਿ ਇਹ ਪਿਕਚਰ ਉਸ ਦੇ ਦਾਦਾ ਜੀ ਦੀ ਨਹੀਂ ਸੀ. ਹਿਜ਼ ਓਨਲੀ ਕੰਪਲੇਂਟ ਵਾਸ ਦੈਟ ਦ ਪਿਕਚਰ ਵਾਸ ਨੋਟ ਫਰੇਮਡ ਅਕੋਰਡਿੰਗ ਟੂ ਹਿਜ਼ ਆਰਡਰ. ਬਸ ਉਸ ਕਸਟਮਰ ਦੀ ਕੋਈ ਸ਼ਿਕਾਇਤ ਹੁੰਦੀ ਹੈ ਕਿ ਉਸ ਪਿਕਚਰ ਨੂੰ ਚੰਗੀ ਤਰ੍ਹਾਂ ਫਰੇਮ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਦਾ ਉਸਨੇ ਆਰਡਰ ਦਿੱਤਾ ਸੀ. ਲੈਟਸ ਸਟਾਰਟ ਸਟੋਰੀ. ਦ ਮਾਡਰਨ ਫਰੇਮ ਵਰਕਸ. ਹੁਣ ਇੱਕ ਦੁਕਾਨ ਹੈ ਜਿਸ ਦਾ ਨਾਮ ਹੈ ਦ ਮਾਡਰਨ ਫਰੇਮ ਵਰਕਸ. ਵਾਜ਼ ਐਕਚੁਅਲੀ ਐਨ ਐਕਸਟਰਾ ਲਾਰਜ ਵੁਡਨ ਪੈਕਿੰਗ ਕੇਸ. ਕਿ ਇਹ ਦੁਕਾਨ ਇਦਾਂ ਲੱਗਦੀ ਸੀ ਕਿ ਜਿੱਦਾਂ ਲੱਕੜ ਦਾ ਬਣਿਆ ਹੋਇਆ ਕੋਈ ਕਾਫੀ ਵੱਡਾ ਬਕਸਾ ਹੋਵੇ. ਮਾਊਂਟਡ ਔਨ ਵੋਬਲੀ ਲੈਗਸ. ਕਿ ਜੋ ਕਮਜ਼ੋਰ ਲੱਤਾਂ ਤੇ ਖੜਿਆ ਹੋਵੇ. ਟਕਡ ਇਨ ਅ ਗੈਪ ਬਿਟਵੀਨ ਅ ਡਰੱਗ ਸਟੋਰ ਐਂਡ ਅ ਰੇਡੀਓ ਰਿਪੇਅਰ ਸ਼ਾਪ. ਟਕਡ ਮਤਲਬ ਸੁਕੜਿਆ ਹੋਇਆ. ਜਦੋਂ ਕੋਈ ਚੀਜ਼ 2 ਵੱਡੀਆਂ ਚੀਜ਼ਾਂ ਦੇ ਵਿੱਚ ਫਸ ਜਾਵੇ ਉਹਨੂੰ ਕਹਿੰਦੇ ਨੇ ਟਕ ਹੋ ਗਈ ਉਹ. ਸੋ ਮਾਡਰਨ ਫਰੇਮਵਰਕਸ ਕਿਹੜੀਆਂ 2 ਵੱਡੀਆਂ ਚੀਜ਼ਾਂ 'ਚ ਫਸੀ ਹੋਈ ਸੀ? ਸੋ ਇੱਕ ਪਾਸੇ ਉਹਦੇ ਇੱਕ ਡਰੱਗ ਸਟੋਰ ਸੀ ਤੇ ਦੂਜੇ ਪਾਸੇ ਰੇਡੀਓ ਰਿਪੇਅਰ ਸ਼ਾਪ ਸੀ. ਇਟਸ ਓਨਰ ਦਾਤਾ ਵਿਦ ਹਿਜ਼ ਕਨਕੇਵ ਫਿਗਰ. ਕਨਕੇਵ ਫਿਗਰ ਮੀਨਸ ਪੇਟ ਅੰਦਰ ਨੂੰ ਧਸਿਆ ਹੋਣਾ, ਬਹੁਤ ਜ਼ਿਆਦਾ ਪਤਲੇ ਹੋਣਾ. ਸੋ ਉਸ ਦਾ ਮਾਲਿਕ ਦੱਤਾ ਕਾਫੀ ਜ਼ਿਆਦਾ ਪਤਲਾ ਸੀ, ਕਮਜ਼ੋਰ ਸੀ. ਸਿਲਵਰ ਰਿਮਡ ਗਲਾਸਿਸ, ਜਿਸ ਦੀ ਐਨਕ ਦਾ ਫਰੇਮ ਸਿਲਵਰ ਸੀ. ਐਂਡ ਕੰਪਲੈਕਸ਼ਨ ਆਫ ਸੀਜ਼ਨਡ ਟਿੰਬਰ. ਅਤੇ ਉਸ ਦਾ ਰੰਗ ਸੀਜ਼ਨਡ ਮੀਨਸ ਪੁਰਾਣੀ, ਕਿ ਜਿੱਦਾਂ ਪੁਰਾਣੀ ਲੱਕੜੀ ਦਾ ਰੰਗ ਹੁੰਦਾ ਹੈ ਉਸ ਦਾ ਰੰਗ ਉਹ ਜਿਹਾ ਸੀ. ਫਿਟਡ ਇਨਟੂ ਹਿਜ਼ ਸ਼ੌਪ. ਉਹ ਆਪਣੀ ਸ਼ੌਪ ਵਿੱਚ ਇੱਦਾਂ ਫਿੱਟ ਹੋ ਕੇ ਬੈਠ ਜਾਂਦਾ ਸੀ, ਭਾਵ ਐਡਾ ਰਚ ਮਿਚ ਜਾਂਦਾ ਸੀ ਵਿਦ ਦਾ ਹਾਰਮਨੀ. ਹਾਰਮਨੀ ਦਾ ਮਤਲਬ ਇਹੀ ਹੁੰਦਾ ਕਿ ਸਾਰਿਆਂ ਦੇ ਨਾਲ ਮਿਲ ਕੇ. ਕਿਸ ਚੀਜ਼ ਦੇ ਨਾਲ ਮਿਲ ਕੇ? ਆਫ ਫਿਕਸਚਰ. ਫਿਕਸਚਰ ਹੁੰਦਾ ਜੋ ਉੱਥੇ ਚੀਜ਼ਾਂ ਪਈਆਂ ਹੋਣ, ਫਿਕਸ ਹੋਣ, ਭਾਵ ਉਹਦੀ ਦੁਕਾਨ ਜ਼ਿਆਦਾ ਲੱਕੜ ਦੀ ਬਣੀ ਹੋਈ ਸੀ ਤੇ ਉਸ ਦਾ ਵੀ ਕੰਪਲੈਕਸ਼ਨ ਲੱਕੜ ਵਰਗਾ ਹੀ ਸੀ. ਸੋ ਉਹ ਉਸ ਦੁਕਾਨ ਵਿੱਚ ਬੈਠਾ ਇਸੇ ਤਰ੍ਹਾਂ ਹੀ ਲੱਗਦਾ ਸੀ ਕਿ ਜਿੱਦਾਂ ਉਹ ਉਸ ਦੁਕਾਨ ਵਿੱਚ ਰਚ ਮਿਚ ਗਿਆ ਹੋਵੇ. ਹੀ ਵਾਜ਼ ਅ ਸਾਇਲੈਂਟ ਹਾਰਡ ਵਰਕਿੰਗ ਮੈਨ.
ਉਹ ਚੁੱਪ ਰਹਿਣ ਵਾਲਾ ਅਤੇ ਸਖਤ ਮਿਹਨਤ ਕਰਨ ਵਾਲਾ ਆਦਮੀ ਸੀ। He gave only laconic answers to the questions his customers asked. ਉਹ ਉਸ ਦੇ ਕਸਟਮਰਸ ਦੇ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਸੰਖੇਪ ਵਿੱਚ ਹੀ ਜਵਾਬ ਦਿੰਦਾ ਸੀ। And strongly discouraged casual friends who tried to intrude on his zone of silence with their idle gossip. ਉਹ ਅਚਨਚੇਤ ਉਸ ਦੀ ਦੁਕਾਨ ਤੇ ਆਏ ਉਸ ਦੇ ਫਰੈਂਡਸ ਨੂੰ ਬਹੁਤ ਨਿਰਾਸ਼ ਕਰਦਾ ਸੀ, ਜਿਹੜੇ ਕਿ ਉਸ ਦੀ ਖਾਮੋਸ਼ੀ ਦੇ ਖੇਤਰ ਵਿੱਚ ਆਪਣੀਆਂ ਵਿਹਲੀਆਂ ਗੱਪਾਂ ਦੇ ਨਾਲ ਘੁਸਪੈਠ ਕਰਨਾ ਚਾਹੁੰਦੇ ਸਨ। He was always seen sitting hunched up. ਉਹ ਹਮੇਸ਼ਾ ਹੀ ਆਪਣੇ ਮੋਢੇ ਅਤੇ ਪਿੱਠ ਨੂੰ ਝੁਕਾ ਕੇ ਬੈਠਾ ਰਹਿੰਦਾ। ਤਾਂ ਹੀ ਆਥਰ ਨੇ ਉਸ ਦੀ ਫਿਗਰ ਨੂੰ ਕਨਕੇਵ ਫਿਗਰ ਕਿਹਾ ਸੀ, ਜਿਸ ਦਾ ਕਿ ਪੇਟ ਫਰੰਟ ਤੋਂ ਅੰਦਰ ਵੱਲ ਨੂੰ ਹੋਵੇ ਤੇ ਪਿੱਠ ਪਿੱਛੇ ਵੱਲ ਨੂੰ ਨਿਕਲੀ ਹੋਵੇ। ਸੋ ਇਹ ਪੋਜੀਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਜ਼ਿਆਦਾ ਦੇਰ ਝੁਕ ਕੇ ਬੈਠਾ ਰਹਿੰਦਾ ਹੋਵੇ। Surrounded by a confusion of cardboard pieces, bits of wood, glass sheets, boxes of nails, glue bottles, ਪੇਂਟ ਟਿਨਸ, ਉਹ ਹਮੇਸ਼ਾ ਹੀ ਗੱਤੇ ਦੇ ਟੁਕੜੇ, ਲੱਕੜੀ ਦੇ ਟੁਕੜੇ, ਸ਼ੀਸ਼ੇ ਦੀਆਂ ਪਰਤਾਂ, ਕਿੱਲਾਂ ਦੇ ਡੱਬੇ, ਗੂੰਦ ਦੀਆਂ ਬੋਤਲਾਂ ਅਤੇ ਕਈ ਹੋਰ ਅਜੀਬ ਚੀਜ਼ਾਂ ਦੀ ਕਨਫਿਊਜ਼ਨ ਦੇ ਵਿੱਚ ਹੀ ਘਿਰਿਆ ਰਹਿੰਦਾ ਸੀ। ਐਂਡ ਐਂਡਸ that went into putting a picture in a frame, ਅਤੇ ਇਹ ਸਭ ਕੁਝ ਦਾ ਅੰਤ ਇੱਕ ਪਿਕਚਰ ਦੇ ਫਰੇਮ ਦੇ ਵਿੱਚ ਪੈ ਜਾਣ ਨਾਲ ਹੋ ਜਾਂਦਾ ਸੀ। ਇਨ ਦਿਸ ਮੈਡਲੇ ਵੈਸੇ ਇੱਕ ਮਿਊਜ਼ੀਕਲ ਟਰਮ ਹੈ ਜਦੋਂ ਕਿੰਨੇ ਹੀ ਗਾਣੇ ਇਕੱਠੇ ਬੋਲ ਦਿੱਤੇ ਜਾਂਦੇ ਹਨ ਇੱਕੋ ਹੀ ਰਿਦਮ ਤੇ। ਸੋ ਇੱਥੇ ਮੈਡਲੇ ਉਹਦੇ ਕੰਮ ਦੇ ਸਟਾਈਲ ਲਈ ਵਰਤਿਆ ਗਿਆ ਹੈ ਕਿ ਜਿੱਥੇ ਉਹਨੇ ਇੱਕ ਕੰਮ ਵਿੱਚ ਹੀ ਕਿੰਨੇ ਸਾਰੇ ਖਿਲਾਰੇ ਪਾਏ ਹੋਏ ਸਨ। ਇਨ ਦਿਸ ਮੈਡਲੇ ਕਿੰਨੇ ਸਾਰੇ ਖਿਲਾਰੇ ਵਿੱਚ ਅ ਗਲਾਸ ਕਟਰ ਕਿ ਗਲਾਸ ਨੂੰ ਕੱਟਣ ਵਾਲਾ ਔਰ ਪੈਨਸਲ ਸਟੱਬ ਪੈਨਸਲ ਦਾ ਟੁਕੜਾ ਵਾਜ਼ ਆਫਨ ਲੋਸਟ ਗੁੰਮੇ ਹੀ ਰਹਿੰਦੇ ਸਨ। ਐਂਡ ਦੈਟ ਵਾਜ਼ ਵੈਨ ਹੀ ਵੁੱਡ ਅਨਕੋਇਲ। ਕੋਇਲ ਜਿਵੇਂ ਪੰਜਾਬ ਵਿੱਚ ਇਲੈਕਟ੍ਰੀਸ਼ੀਅਨ ਨੂੰ ਕੋਇਲ ਕਹਿ ਦਿੰਦੇ ਨੇ, ਠੀਕ ਹੈ। ਸੋ ਉਹ ਤਾਰਾਂ ਦਾ ਸਰਕਟ ਜੋ ਜਲੇਬੀ ਵਾਂਗੂ ਮੁੜਿਆ ਹੁੰਦਾ ਉਹਨੂੰ ਕਹਿੰਦੇ ਨੇ ਕੋਇਲ। ਸੋ ਅਨਕੋਇਲ ਭਾਵ ਜਿਹੜਾ ਉਹ ਸਾਰਾ ਦਿਨ ਮੁੜਿਆ ਬੈਠਾ ਰਹਿੰਦਾ ਸੀ, ਕੁੱਬ ਕੱਢ ਕੇ ਬੈਠਾ ਰਹਿੰਦਾ ਸੀ। ਇਹ ਸਿਰਫ ਉਦੋਂ ਹੀ ਸਿੱਧਾ ਹੋ ਕੇ ਖੜਾ ਹੁੰਦਾ ਜਦੋਂ ਉਸਨੂੰ ਉਸ ਦੀ ਕੋਈ ਚੀਜ਼ ਨਹੀਂ ਮਿਲਦੀ ਸੀ। ਪੋਸਚਰ ਹੁੰਦਾ ਸਰੀਰ ਦੇ ਬੈਠਣ ਦੀ ਪੋਜੀਸ਼ਨ। ਐਂਡ ਗਰੋਪ ਇੰਪੇਸ਼ੈਂਟਲੀ ਫॉर ਇਟ। ਗਰੋਪ ਹੁੰਦਾ ਟਟੋਲਣਾ, ਲੱਭਣਾ, ਤੇ ਉਹਨੂੰ ਬੜੀ ਬੇਸਬਰੀ ਦੇ ਨਾਲ ਇੰਪੇਸ਼ੈਂਟਲੀ ਉਹ ਲੱਭਦਾ। ਮੈਨੀ ਟਾਈਮਸ ਹੀ ਹੈਡ ਟੂ ਸਟੈਂਡ ਅਪ। ਕਾਫੀ ਵਾਰ ਉਸਨੂੰ ਖੜੇ ਹੋਣਾ ਪੈਂਦਾ ਸੀ। ਐਂਡ ਸ਼ੇਕ ਹਿਸ ਧੋਤੀ ਵਿਗਰਸਲੀ। ਅਤੇ ਉਸਨੂੰ ਆਪਣੀ ਧੋਤੀ ਨੂੰ ਬਹੁਤ ਜ਼ੋਰ ਨਾਲ ਹਿਲਾਉਣਾ ਪੈਂਦਾ ਸੀ ਤਾਂ ਕਿ ਉਹ ਆਪਣੀ ਗੁੰਮੀ ਹੋਈ ਚੀਜ਼ ਨੂੰ ਧੋਤੀ ਤੋਂ ਅਲੱਗ ਕਰ ਦੇਵੇ। ਦਿਸ ਆਪਰੇਸ਼ਨ ਰੌਕਡ ਦਾ ਹੋਲ ਸ਼ੌਪ। ਇਹ ਕੰਮ ਸਾਰੀ ਦੁਕਾਨ ਨੂੰ ਹਿਲਾ ਕੇ ਰੱਖ ਦਿੰਦਾ ਸੀ। ਸੈਟਿੰਗ ਦਾ ਪਿਕਚਰ ਔਨ ਦਾ ਵਾਲਸ ਜੈਂਟਲੀ ਸਵਿੰਗਿੰਗ। ਤੇ ਜਿਹੜੀਆਂ ਤਸਵੀਰਾਂ ਕੰਧਾਂ ਤੇ ਲਟਕ ਰਹੀਆਂ ਹੁੰਦੀਆਂ ਸਨ ਉਹ ਹੌਲੀ ਹੌਲੀ ਝੂਲਣ ਲੱਗ ਜਾਂਦੀਆਂ ਸਨ। ਉਸ ਦੀ ਦੁਕਾਨ ਦੇ ਹਿੱਲਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਇੰਨੀ ਮਜ਼ਬੂਤ ਦੁਕਾਨ ਨਹੀਂ ਸੀ। ਉਹ ਕਮਜ਼ੋਰ ਲੱਕੜੀ ਦੇ ਪੱਲਿਆਂ ਤੇ ਖੜੀ ਹੋਈ ਸੀ। ਸੋ ਜਦੋਂ ਵੀ ਉਹ ਹੜਬੜਾਹਟ ਵਿੱਚ ਕੋਈ ਚੀਜ਼ ਲੱਭਦਾ ਖੜਾ ਹੁੰਦਾ ਤਾਂ ਅਕਸਰ ਉਹਦੀ ਦੁਕਾਨ ਹਿੱਲ ਜਾਂਦੀ ਤੇ ਉਹਦੀ ਦੁਕਾਨ ਦੀ ਦੀਵਾਰ ਤੇ ਜੋ ਕਿ ਲੱਕੜ ਦੀਆਂ ਦੀਵਾਰਾਂ ਸਨ ਉਸ ਤੇ ਟੰਗੀਆਂ ਤਸਵੀਰਾਂ ਵੀ ਝੂਲਣ ਲੱਗ ਜਾਂਦੀਆਂ। There was not an inch of space that was not covered by a picture. ਉਸ ਦੀ ਦੁਕਾਨ ਵਿੱਚ 1 ਇੰਚ ਵੀ ਐਸੀ ਜਗ੍ਹਾ ਨਹੀਂ ਸੀ ਜਿੱਥੇ ਕੋਈ ਤਸਵੀਰ ਨਾ ਲੱਗੀ ਹੋਵੇ। Gods, saints, hockey players, children, cheap prints of the Mona Lisa, national leaders, wedding couples। ਜੋ ਤਸਵੀਰਾਂ ਕਾਹਦੀਆਂ ਸੀ? ਦੇਵੀ ਦੇਵਤਿਆਂ ਦੀਆਂ, ਸੰਤਾਂ ਦੀਆਂ, ਹਾਕੀ ਪਲੇਅਰਸ ਦੀਆਂ, ਮੋਨਾ ਲੀਸਾ ਦੇ ਹਲਕੇ ਪ੍ਰਿੰਟਸ ਦੀਆਂ, ਰਾਸ਼ਟਰੀ ਨੇਤਾਵਾਂ ਦੀਆਂ, ਵਿਆਹੁਤਾ ਜੋੜਿਆਂ ਦੀਆਂ, ਉਰਦੂ ਕੈਲੀਗ੍ਰਾਫੀ, ਉਰਦੂ ਦੀ ਸੋਹਣੀ ਲਿਖਾਈ ਦੀਆਂ, ਦ ਸਨੋ ਕਲੈਡ ਫੁਜ਼ੀਯਾਮਾ ਕਿ ਸਨੋ ਦੇ ਨਾਲ ਕਵਰਡ ਫੁਜ਼ੀਯਾਮਾ ਪਰਬਤ ਦੀਆਂ, ਐਂਡ ਮੈਨੀ ਅਦਰਸ coexisted with a cheerful incongruity। ਅਤੇ ਉਹ ਜਿਹੀਆਂ ਹੋਰ ਬੜੀਆਂ ਫੋਟੋਆਂ ਜੋ ਕਿ coexist ਕਰਦੀਆਂ ਸਨ ਭਾਵ ਨਾਲ ਲੱਗੀਆਂ ਹੋਈਆਂ ਸਨ with a cheerful incongruity। incongruity ਹੁੰਦਾ ਅਸਮਾਨਤਾ ਭਾਵ ਉਹਨਾਂ ਫੋਟੋਆਂ 'ਚ ਆਪਸੀ ਕੋਈ ਸਮਾਨਤਾ ਨਹੀਂ ਸੀ ਕਿ ਕਿਸੇ ਗਰੁੱਪ ਵਾਈਜ਼ ਉਹ ਨਹੀਂ ਲੱਗੀਆਂ ਹੋਈਆਂ ਸੀ ਪਰ ਉਹ ਫਿਰ ਵੀ coexist ਕਰਦੀਆਂ ਸੀ, ਇਕੱਠੀਆਂ ਲੱਗੀਆਂ ਹੋਈਆਂ ਸੀ। like some fabulous world ਕਿ ਜਿੱਦਾਂ ਇੱਕ ਬਹੁਤ ਵਧੀਆ ਸੰਸਾਰ awaiting order and arrangement ਉਡੀਕ ਕਰ ਰਿਹਾ ਹੋਵੇ ਕਿ ਕੋਈ ਉਹਨਾਂ ਨੂੰ ਆ ਕੇ ਤਰਤੀਬਵਾਰ ਅਤੇ ਵਧੀਆ ਤਰੀਕੇ ਨਾਲ ਲਗਾਏਗਾ। A customer standing outside the shop on the pavement obstructing the stream of jostling pedestrians announced
ਕਿ ਦੁਕਾਨ ਦੇ ਬਾਹਰ ਫੁੱਟਪਾਥ ਤੇ ਖੜਾ ਇੱਕ ਕਸਟਮਰ ਜੋ ਕਿ ਇੱਕ ਦੂਜੇ ਨੂੰ ਧੱਕਾ ਮਾਰਦੇ ਹੋਏ ਲੰਘਦੇ ਹੋਏ ਪੈਦਲ ਯਾਤਰੀਆਂ ਦੇ ਰਾਹ ਵਿੱਚ ਰੋੜਾ ਬਣ ਕੇ ਖੜਾ ਸੀ ਅਨਾਉਂਸਡ, ਉਸਨੇ ਕਿਹਾ I want this picture framed, ਕਿ ਮੈਂ ਇਸ ਪਿਕਚਰ ਨੂੰ ਫਰੇਮ ਕਰਵਾਉਣਾ ਹੈ। ਦੱਤਾ with his habitual indifference, ਹੈਬਿਚੁਅਲ ਯਾਨੀ ਆਦਤਨ, ਇੰਡੀਫਰੈਂਸ ਬੇਪਰਵਾਹ। ਦੱਤਾ ਦੀ ਜਿਸ ਤਰ੍ਹਾਂ ਆਦਤ ਸੀ ਕਿ ਉਹ ਬੇਪਰਵਾਹ ਰਹਿੰਦਾ ਸੀ, ਇਗਨੋਰਡ ਹਿਮ, ਉਸਨੇ ਉਸ ਕਸਟਮਰ ਨੂੰ ਇਗਨੋਰ ਕਰ ਦਿੱਤਾ ਐਂਡ ਕੰਟੀਨਿਊਡ ਟੂ ਬੀ ਐਂਗੇਜਡ ਇਨ ਡਰਾਈਵਿੰਗ ਸਕਰੂਜ਼ ਇਨਟੂ ਦਾ ਸਾਈਡਸ ਆਫ ਅ ਫਰੇਮ, ਤੇ ਉਹ ਕਿਸੇ ਫਰੇਮ ਦੀਆਂ ਸਾਈਡਸ ਤੇ ਪੇਚ ਕੱਸਦੇ ਰਹਿਣਾ ਉਸਨੇ ਜਾਰੀ ਰੱਖਿਆ। I want a really good job done, ਮੈਂ ਚਾਹੁੰਦਾ ਹਾਂ ਕਿ ਬਹੁਤ ਵਧੀਆ ਤੁਸੀਂ ਇਹਦਾ ਕੰਮ ਕਰੋ, no matter how much it costs, ਇਹ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਪੈਸੇ ਲੱਗਣਗੇ। The customer volunteered the information, ਸੋ ਉਸ ਕਸਟਮਰ ਨੇ ਆਪਣੇ ਆਪ ਹੀ ਇਹ ਸਾਰੀ ਇਨਫੋਰਮੇਸ਼ਨ ਦੇ ਦਿੱਤੀ। Unwrapping a faded newspaper and exposing a sepia brown photograph of an old man, ਤਾਂ ਉਸ ਕਸਟਮਰ ਨੇ ਆਪਣੇ ਨਾਲ ਲਿਆਂਦੀ ਹੋਈ ਉਸ ਬਜ਼ੁਰਗ ਦੀ ਸੇਪੀਆ ਬਰਾਊਨ ਫੋਟੋਗ੍ਰਾਫ, ਭਾਵ ਉਸ ਤਰ੍ਹਾਂ ਦੀ ਫੋਟੋ ਜਿਹਦੇ ਵਿੱਚ ਰੈਡਿਸ਼ ਟੋਨ ਜ਼ਿਆਦਾ ਹੋਵੇ ਜਿਸ ਤਰ੍ਹਾਂ ਪੁਰਾਣੀਆਂ ਫੋਟੋਆਂ ਵਿੱਚ ਹੁੰਦੀ ਸੀ, ਤਾਂ ਉਸਨੇ ਉਸ ਫੋਟੋ ਤੋਂ ਧੁੰਦਲੀ ਲਿਖਾਵਟ ਵਾਲੀ ਅਖਬਾਰ ਨੂੰ ਲਾ ਦਿੱਤਾ। It was sharp and highly glazed in spite of its antiquity, ਫੋਟੋ ਪ੍ਰਾਚੀਨ ਹੋਣ ਦੇ ਬਾਵਜੂਦ ਵੀ ਕਾਫੀ ਚਮਕ ਦਮਕ ਵਾਲੀ ਸੀ। What sort of frame would you like? Datta asked, still bent over his work. ਦੱਤਾ ਨੇ ਪੁੱਛਿਆ ਤੁਸੀਂ ਕਿਹੋ ਜਿਹਾ ਫਰੇਮ ਲਗਾਉਣਾ ਪਸੰਦ ਕਰੋਗੇ, ਤੇ ਜਿਹਾ ਪੁੱਛ ਕੇ ਵੀ ਉਹ ਆਪਣੇ ਕੰਮ ਲੱਗਿਆ ਰਿਹਾ। The best, of course, ਤਾਂ ਕਸਟਮਰ ਨੇ ਕਿਹਾ ਸਭ ਤੋਂ ਵਧੀਆ, ਯਕੀਨਨ। Do you expect I would stand where this great soul is concerned? ਤਾਂ ਅੱਗੇ ਉਸਨੇ ਕਿਹਾ ਕਿ ਕੀ ਤੁਸੀਂ ਉਮੀਦ ਕਰਦੇ ਹੋ ਕਿ ਜਿੱਥੇ ਇਸ ਮਹਾਨ ਪਵਿੱਤਰ ਆਤਮਾ ਦੀ ਗੱਲ ਆਏਗੀ ਉੱਥੇ ਮੈਂ ਕੋਈ ਕੰਜੂਸੀ ਵਰਤਾਂਗਾ। ਦੱਤਾ gave a side glance and caught a glimpse of the photograph, ਦੱਤਾ ਨੇ ਉਸ ਫੋਟੋ ਨੂੰ ਸਾਈਡ ਤੋਂ ਦੇਖਿਆ ਤੇ ਉਸ ਫੋਟੋਗ੍ਰਾਫ ਦੀ ਇੱਕ ਝਾਕੀ ਜਿਹੀ ਆਪਣੇ ਮਨ ਵਿੱਚ ਵਸਾਈ। just another elderly person of those days, he told himself, ਤੇ ਦੱਤਾ ਨੇ ਆਪਣੇ ਆਪ ਨੂੰ ਕਿਹਾ ਕਿ ਇਹ ਤਾਂ ਇੱਕ ਹੋਰ ਉਹਨਾਂ ਦਿਨਾਂ ਦਾ ਬਜ਼ੁਰਗ ਵਿਅਕਤੀ ਹੈ। a standard portrait of a grandfather, ਕਿ ਜਿੱਦਾਂ ਕਿਸੇ ਦਾਦਾ ਜੀ ਦੀ ਆਮ ਜੀ ਤਸਵੀਰ, a philanthropist, ਕਿਸੇ ਦਾਨੀ ਦੀ ਤਸਵੀਰ, a social worker, ਕਿਸੇ ਸਮਾਜ ਸੇਵਕ ਦੀ ਤਸਵੀਰ, with the inevitable whiskers, ਭਾਵ ਉਹ ਮੁੱਛਾਂ ਜਿਹੜੀਆਂ ਕਿ ਆਮ ਹੀ ਬਜ਼ੁਰਗ ਰੱਖਦੇ ਹਨ, ਜਿਹਨੂੰ ਅਸੀਂ ਝੁਠਲਾ ਨਹੀਂ ਸਕਦੇ, ਤਾਂ ਆਮ ਹੀ ਹੁੰਦੀਆਂ ਹਨ, and top heavy cascading turban, ਅਤੇ ਝਰਨਿਆਂ ਵਾਂਗੂ ਜਿਸ ਦੇ ਲੜਾਂ ਵਿੱਚ ਵੱਟ ਹੋਣ। it could be any one of these, ਇਹ ਤਾਂ ਉਹਨਾਂ ਵਿੱਚੋਂ ਕੋਈ ਵੀ ਹੋ ਸਕਦਾ। ਭਾਵ ਉਹ ਕਹਿਣਾ ਚਾਹ ਰਿਹਾ ਸੀ ਕਿ ਹੋਰ ਬਜ਼ੁਰਗਾਂ ਵਾਂਗ ਹੀ ਇਹ ਬਜ਼ੁਰਗ ਦਿਸਦਾ ਸੀ। at least half a dozen people came to him, ਘੱਟੋ ਘੱਟ ਉਸ ਕੋਲ ਅੱਧਾ ਦਰਜਨ ਲੋਕ ਆਉਂਦੇ ਸਨ every month, ਹਰ ਮਹੀਨੇ, bearing similar portraits, ਇਹੋ ਜਿਹੀਆਂ ਹੀ ਤਸਵੀਰਾਂ ਚੱਕ ਕੇ, wanting to demonstrate their homage, ਕਿ ਜਿਹੜੇ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ to the person, ਉਸ ਵਿਅਕਤੀ ਨੂੰ, in the picture, ਜੋ ਕਿ ਪਿਕਚਰ ਵਿੱਚ ਸੀ, in the shape of a glittering frame, ਤੇ ਉਹ ਚਾਹੁੰਦੇ ਹੁੰਦੇ ਸਨ ਕਿ ਉਹਨਾਂ ਦੇ ਬਜ਼ੁਰਗਾਂ ਦੀ ਤਸਵੀਰ ਤੇ ਕੋਈ ਚਮਕਦਾਰ ਫਰੇਮ ਲਗਾਇਆ ਜਾਵੇ। The customer was describing the greatness of the man, ਗਾਹਕ ਫੋਟੋ ਵਾਲੇ ਵਿਅਕਤੀ ਦੀ ਮਹਾਨਤਾ ਦਾ ਵਰਣਨ ਕਰ ਰਿਹਾ ਸੀ। extravagant qualities of nobility, extravagant ਦਾ ਮਤਲਬ ਹੁੰਦਾ ਫਜ਼ੂਲ ਖਰਚੀ, ਤੇ ਇੱਥੇ extravagant qualities ਹੈ, ਭਾਵ ਉਹ ਫਜ਼ੂਲ ਹੀ ਯਾਨੀ ਵਧਾ ਚੜਾ ਕੇ ਉਸ ਦੀ ਨੇਕੀ ਦੇ ਗੁਣਾਂ ਨੂੰ ਬਿਆਨ ਕਰ ਰਿਹਾ ਸੀ। compassion, ਉਸ ਦੀ ਦਇਆ ਨੂੰ, and charity were being generously attributed to him in a voice that came close to the chanting of a holy scripture, ਤਾਂ ਉਸ ਦੀ ਦਇਆਲਤਾ ਨੂੰ ਅਤੇ ਉਸ ਦੁਆਰਾ ਕੀਤੇ ਹੋਏ ਦਾਨ ਪੁੰਨ ਨੂੰ ਇੰਨੀ ਕੁ ਮਿੱਠੀ ਆਵਾਜ਼ ਵਿੱਚ ਬਿਆਨ ਕਰ ਰਿਹਾ ਸੀ ਕਿ ਇਦਾਂ ਲੱਗ ਰਿਹਾ ਸੀ ਜਿੱਦਾਂ ਕਿ ਉਹ ਕੋਈ ਧਾਰਮਿਕ ਗ੍ਰੰਥ ਦਾ ਵਿਖਿਆਨ ਕਰ ਰਿਹਾ ਹੋਵੇ। if this world had just a few more like him, ਕਿ ਜੇ ਇਸ ਦੁਨੀਆ ਵਿੱਚ ਉਹਨਾਂ ਵਰਗੇ ਕੁਝ ਹੋਰ ਵਿਅਕਤੀ ਹੁੰਦੇ, believe me, ਤਾਂ ਮੇਰੇ ਤੇ ਯਕੀਨ ਕਰੋ, it would certainly have been a different place, ਤਾਂ ਇਹ
ਇਹ ਦੁਨੀਆ ਬਿਲਕੁਲ ਅਲੱਗ ਹੋਣੀ ਸੀ। ਆਫ ਕੋਰਸ देयर आर ਡੈਮਨਸ ਹੂ ਮੇ ਨੋਟ ਅਗਰੀ ਵਿਦ ਮੀ। ਯਕੀਨਨ ਕੁਝ ਨਾ ਕੁਝ ਰਾਖਸ਼ਸ, ਕੁਝ ਨਾ ਕੁਝ ਦੈਂਤ ਰੂਪੀ ਲੋਕ ਇਹੋ ਜਿਹੇ ਜ਼ਰੂਰ ਹੋਣਗੇ ਜਿਹੜੇ ਮੇਰੇ ਨਾਲ ਸਹਿਮਤ ਨਾ ਹੋਣ। ਦੇ ਆਰ ਆਊਟ ਟੂ ਡਿਸਗ੍ਰੇਸ ਹਿਜ਼ ਨੇਮ ਐਂਡ ਡਿਸਟਰੋਏ ਹਿਜ਼ ਮੈਮਰੀ। ਉਹ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦੀ ਯਾਦ ਨੂੰ ਮਿਟਾਉਣਾ ਚਾਹੁੰਦੇ ਹਨ। ਬਟ ਹੀ ਇਜ਼ ਗੋਡ ਇਨ ਮਾਈ ਹੋਮ। ਪਰ ਉਹ ਮੇਰੇ ਘਰ ਦਾ ਰੱਬ ਹਨ। ਵਾਟ ਸੋਰਟ ਆਫ ਅ ਫਰੇਮ ਡੂ ਯੂ ਵਾਂਟ? ਦੱਤਾ ਇੰਟਰਪਟਡ। ਤਾਂ ਜਿੱਦਾਂ ਉਹ ਕਸਟਮਰ ਉਸ ਬਜ਼ੁਰਗ ਵਿਅਕਤੀ ਦੀ ਮਹਾਨਤਾ ਦਾ ਵਿਖਿਆਨ ਕਰ ਰਿਹਾ ਸੀ, ਦੱਤਾ ਨੇ ਬਿਲਕੁਲ ਬੇਪਰਵਾਹੀ ਦੇ ਨਾਲ ਉਹਨੂੰ ਵਿੱਚੋਂ ਟੋਕਦੇ ਹੋਏ ਕਿਹਾ ਕਿ ਤੈਨੂੰ ਫਰੇਮ ਕਿਹੋ ਜਿਹਾ ਚਾਹੀਦਾ ਹੈ? ਪਲੇਨ ਭਾਵ ਤੈਨੂੰ ਸਿੰਪਲ ਫਰੇਮ ਚਾਹੀਦਾ ਕਿ ਵੁਡਨ ਲੱਕੜੀ ਵਾਲਾ, ਲੈਕਰ ਭਾਵ ਲਾਖ ਵਾਲਾ, 골ਡ ਸੁਨਹਿਰੀ ਜਾਂ ਪਲਾਸਟਿਕ ਵਾਲਾ, ਔਰ ਜਸਟ ਇਨੈਮਲ ਪੇਂਟਡ ਕਿ ਇਹੋ ਜਿਹਾ ਜਿਹਦੇ ਆਸ-ਪਾਸ ਪੇਂਟ ਹੋਇਆ ਹੋਵੇ। ਹੀ ਵੇਵਡ ਅ ਕੈਜੂਅਲ ਹੈਂਡ ਟੁਵਰਡਸ ਅ ਪਿਕਚਰਸ ਔਨ ਦਾ ਵਾਲ। ਉਸਨੇ ਬੇਧਿਆਨੇ ਢੰਗ ਦੇ ਨਾਲ ਦੀਵਾਰਾਂ ਤੇ ਲੱਗੀਆਂ ਹੋਈਆਂ ਤਸਵੀਰਾਂ ਦੇ ਵੱਲ ਹੱਥ ਹਿਲਾਏ। ਦ ਕਸਟਮਰ ਸਾਇਲੈਂਟਲੀ ਸਰਵੇਡ ਦ ਵੇਰੀਅਸ ਫਰੇਮਸ। ਤਾਂ ਗਾਹਕ ਚੁੱਪਚਾਪ ਦੀਵਾਰ ਉੱਤੇ ਲੱਗੇ ਹੋਏ ਅਲੱਗ-ਅਲੱਗ ਫਰੇਮਸ ਦਾ ਨਿਰੀਖਣ ਕਰਨ ਲੱਗਾ। ਆਫਟਰ ਸਮ ਟਾਈਮ ਦੱਤਾ ਹਰਡ ਹਿਮ ਮੰਬਲ। ਕੁਝ ਦੇਰ ਬਾਅਦ ਦੱਤਾ ਨੇ ਉਸ ਦਾ ਬੁੜਬੁੜਾਣਾ ਸੁਣਿਆ ਜੋ ਕਿ ਉਹ ਮੂੰਹ ਵਿੱਚ ਬੋਲ ਰਿਹਾ ਸੀ। ਆਈ ਵਾਂਟ ਦ ਬੈਸਟ। ਮੈਨੂੰ ਸਭ ਤੋਂ ਅੱਛਾ ਚਾਹੀਦਾ ਹੈ। ਆਈ ਡੋਂਟ ਹੈਵ ਐਨੀ ਸੈਕਿੰਡ ਰੇਟ ਸਟਫ ਇਨ ਮਾਈ ਸ਼ੋਪ, ਦੱਤਾ ਸੈਡ। ਦੱਤਾ ਨੇ ਕਿਹਾ ਮੇਰੀ ਦੁਕਾਨ ਦੇ ਵਿੱਚ ਵੀ ਕੋਈ ਮਾੜੀ ਚੀਜ਼ ਨਹੀਂ ਹੈ, ਸੈਕਿੰਡ ਰੇਟ ਸਟਫ ਨਹੀਂ ਹੈ। ਹੀ ਵਾਸ ਸ਼ੋਨ ਅ ਨੰਬਰ ਆਫ ਸੈਂਪਲਸ। ਉਸ ਨੂੰ ਕਈ ਸੈਂਪਲਸ, ਕਈ ਨਮੂਨੇ ਦਿਖਾਏ ਗਏ ਜਿਨ੍ਹਾਂ ਵਿੱਚੋਂ ਕਈ ਪਲੇਨ, ਡੈਕੋਰੇਟਿਵ, ਫਲੋਰਲ ਭਾਵ ਫੁੱਲਾਂ ਵਾਲੇ, ਜਿਓਮੈਟ੍ਰੀਕਲ ਭਾਵ ਜਿਓਮੈਟਰੀ ਦੇ ਆਕਾਰਾਂ ਵਾਲੇ, ਥਿਨ ਪਤਲੇ, ਹੈਫਟੀ ਸਟਰੋਂਗ ਅਤੇ ਮੋਟੇ, ਐਂਡ ਸੋ ਫੋਰਥ ਅਤੇ ਇਸ ਦੇ ਨਾਲ ਹੋਰ ਵੀ। The customer was baffled by the variety. ਗਾਹਕ ਇੰਨੀ ਵੈਰਾਈਟੀ ਨੂੰ ਦੇਖ ਕੇ ਚਕਰਾ ਗਿਆ। He examined the selection before him for a long time. ਉਸਨੇ ਆਪਣੇ ਸਾਹਮਣੇ ਪਈ ਹੋਈ ਸਿਲੈਕਸ਼ਨ ਦਾ ਬਹੁਤ ਦੇਰ ਤੱਕ ਨਿਰੀਖਣ ਕੀਤਾ as he was unsure of his judgment ਕਿ ਜਿਸ ਤਰ੍ਹਾਂ ਉਹ ਆਪਣੀ ਫਰੇਮ ਦੇ ਸੰਬੰਧੀ ਜਜਮੈਂਟ ਬਾਰੇ ਪੱਕਾ ਨਹੀਂ ਸੀ and was afraid of enshrining his savior forever in some ugly cheap frame। ਅਤੇ ਉਸ ਨੂੰ ਇਸ ਚੀਜ਼ ਦਾ ਵੀ ਡਰ ਸੀ ਕਿ ਕਿਤੇ ਉਹ ਆਪਣੇ ਮਸੀਹੇ ਨੂੰ ਕਿਸੇ ਬਦਸੂਰਤ ਸਸਤੇ ਫਰੇਮ ਦੇ ਵਿੱਚ ਪ੍ਰਤਿਸਥਾਪਿਤ ਨਾ ਕਰ ਦੇਵੇ। ਦੱਤਾ came to his rescue and recommended one with a profusion। ਤਾਂ ਕਸਟਮਰ ਦੀ ਕਨਫਿਊਜ਼ਨ ਨੂੰ ਦੇਖ ਕੇ ਦੱਤਾ ਉਹਦੇ ਬਚਾਅ ਦੇ ਵਿੱਚ ਅੱਗੇ ਆਇਆ ਤੇ ਉਸ ਨੂੰ ਬੜੀ ਦ੍ਰਿੜਤਾ ਦੇ ਨਾਲ ਇੱਕ ਫਰੇਮ ਰეკਮੈਂਡ ਕੀਤਾ। ਉਹ ਫਰੇਮ ਕਿਹੜਾ ਸੀ? ਆਫ 골ਡ ਲੀਵਸ। ਤਾਂ ਦੱਤਾ ਨੇ ਰეკਮੈਂਡ ਕੀਤਾ ਕਿ ਉਸ ਨੂੰ ਸੁਨਹਿਰੀ ਪੱਤੀਆਂ ਵਾਲਾ ਐਂਡ ਵਾਈਂਡਿੰਗ ਕ੍ਰੀਪਰਸ ਅਤੇ ਮੁੜੀਆਂ ਹੋਈਆਂ ਵੇਲਾਂ ਵਾਲਾ ਫਰੇਮ ਲੈ ਲੈਣਾ ਚਾਹੀਦਾ ਹੈ। ਐਂਡ ਇਨ ਆਰਡਰ ਟੂ ਕਲੀਅਰ ਐਨੀ ਲਿੰਗਰਿੰਗ ਡਾਊਟ ਹੀ ਮਾਈਟ ਸਟਿਲ ਹਾਰਬਰ ਇਨ ਰਿਗਾਰਡ ਟੂ ਇਟਸ ਕੁਆਲਿਟੀ। ਅਤੇ ਉਸ ਦੇ ਮਨ ਦੇ ਵਿੱਚ ਪਨਪ ਰਹੇ ਇਸ ਦੀ ਕੁਆਲਿਟੀ ਦੇ ਪ੍ਰਤੀ ਡਾਊਟਸ ਨੂੰ ਉਸਨੇ ਕਲੀਅਰ ਕਰਦੇ ਹੋਏ ਐਡਡ ਉਸਨੇ ਐਡ ਕੀਤਾ ਇਟ ਇਜ਼ ਜਰਮਨ ਇੰਪੋਰਟਡ ਕਿ ਇਹ ਜਰਮਨੀ ਦੇ ਬਣੇ ਹੋਏ ਹਨ ਅਤੇ ਇੰਪੋਰਟਡ ਹਨ। The customer at once seemed impressed and silenced। ਤਾਂ ਅਜਿਹਾ ਲੱਗਿਆ ਕਿ ਜਿੱਦਾਂ ਕਸਟਮਰ ਇੱਕਦਮ ਇੰਪ੍ਰੈਸਡ ਹੋ ਗਿਆ ਹੋਵੇ ਅਤੇ ਨਾਲ ਹੀ ਉਹ ਚੁੱਪ ਹੋ ਗਿਆ। ਦੱਤਾ next asked। ਦੱਤਾ ਨੇ ਅੱਗੋਂ ਪੁੱਛਿਆ you want a plain mount or a cut mount? ਕਿ ਤਸਵੀਰ ਦੇ ਵਿੱਚ ਤੁਹਾਨੂੰ ਸਾਦਾ ਮਾਊਂਟ ਚਾਹੀਦਾ ਹੈ ਕਿ ਕੱਟ ਮਾਊਂਟ ਚਾਹੀਦਾ ਹੈ? ਭਾਵ ਤਸਵੀਰ ਨੂੰ ਸਾਈਡਾਂ ਤੋਂ ਕੱਟ ਕਰਕੇ ਉਸ ਫਰੇਮ ਵਿੱਚ ਮਾਊਂਟ ਕੀਤਾ ਜਾਵੇ ਕਿ ਤੁਹਾਨੂੰ ਸਿੰਪਲ ਮਾਊਂਟ ਹੀ ਚਾਹੀਦਾ ਹੈ। ਐਂਡ ਵਾਚਡ ਦਾ ਪਜ਼ਲ ਲੁੱਕ ਰਿਟਰਨ। ਅਤੇ ਜਦੋਂ ਦੱਤਾ ਨੇ ਅਜਿਹਾ ਕਿਹਾ ਤਾਂ ਉਸਨੇ ਦੁਬਾਰਾ ਕਸਟਮਰ ਨੂੰ ਪਜ਼ਲ ਪਾਇਆ। ਅਗੇਨ ਹੀ ਹੈਲਪ ਦਾ ਮੈਨ ਆਊਟ ਬਾਈ ਸ਼ੋਇੰਗ ਹਿਜ਼ ਵੇਰੀਅਸ ਮਾਊਂਟਸ। ਦੁਬਾਰਾ ਫਿਰ ਦੱਤਾ ਨੇ ਕਸਟਮਰ ਨੂੰ ਕਨਫਿਊਜ਼ਨ ਤੋਂ ਕੱਢਣ ਲਈ ਮਦਦ ਕੀਤੀ। ਕਿਸ ਤਰ੍ਹਾਂ? ਉਸ ਨੂੰ ਬਹੁਤ ਸਾਰੇ ਮਾਊਂਟਸ ਦੇ ਡਿਜ਼ਾਈਨ ਦਿਖਾ ਕੇ ਐਂਡ ਸੁਜੈਸਟਡ ਦੈਟ ਦ ਕੱਟ ਮਾਊਂਟ ਲੁਕਡ ਮੋਰ ਐਲੀਗੈਂਟ। ਅਤੇ ਦੱਤਾ ਨੇ ਉਸ ਨੂੰ ਸਲਾਹ ਦਿੱਤੀ ਕਿ ਕੱਟ ਮਾਊਂਟ ਜ਼ਿਆਦਾ ਸ਼ਾਨਦਾਰ ਲੱਗਦਾ ਹੈ। ਆਲ ਰਾਈਟ, ਲੈਟ ਮੀ ਹੈਵ ਅ ਕੱਟ ਮਾਊਂਟ ਦੈਨ। ਠੀਕ ਹੈ, ਫਿਰ ਮੈਂ ਕੱਟ ਮਾਊਂਟ ਹੀ ਪ੍ਰੈਫਰ ਕਰਾਂਗਾ। ਇਜ਼ ਦੈਟ ਅ ਕੱਟ ਮਾਊਂਟ? ਕੀ ਇਹ ਕੱਟ ਮਾਊਂਟ ਹੈ? ਹੀ ਆਸਕਡ। ਕਸਟਮਰ ਨੇ ਪੁੱਛਿਆ ਪੁਆਇੰਟਿੰਗ ਟੂ ਅ ਫਰੇਮਡ ਪਿਕਚਰ ਔਨ ਦਾ ਵਾਲ ਆਫ ਅ ਸੋਲਫੁਲ ਲੁਕਿੰਗ ਲੇਡੀ ਇਨ ਐਨ ਓਵਲ ਕੱਟ ਮਾਊਂਟ। ਫਰੇਮ ਕੀਤੀ ਹੋਈ ਔਰਤ ਦੀ ਤਸਵੀਰ ਦੇ ਵੱਲ ਉਸ ਕਸਟਮਰ ਨੇ ਇਸ਼ਾਰਾ ਕਰਦੇ ਹੋਏ
ਪੁੱਛਿਆ I like that shape, ਮੈਨੂੰ ਇਹ ਵਾਲੀ ਸ਼ੇਪ ਪਸੰਦ ਹੈ। Will it cost much, ਕੀ ਇਸ ਦੀ ਕੀਮਤ ਜ਼ਿਆਦਾ ਹੋਵੇਗੀ? No, frame, mount, glass all will cost 17 rupees। ਸੋ ਉਸ ਟਾਈਮ ਦੇ 17 rupees ਹੁਣ ਦੇ 1000 ਰੁਪਏ ਦੇ ਬਰਾਬਰ ਹਨ। ਸੋ ਦੱਤਾ ਨੇ ਕਿਹਾ ਨਹੀਂ, ਫਰੇਮ ਅਤੇ ਤਸਵੀਰ ਨੂੰ ਉਸ ਫਰੇਮ ਵਿੱਚ ਲਗਾ ਕੇ ਅਤੇ ਉੱਤੇ ਸ਼ੀਸ਼ਾ ਲਗਾ ਕੇ ਇਹ ਸਾਰਿਆਂ ਦੀ ਕੀਮਤ ਸਿਰਫ 17 ਰੁਪਏ ਹੋਵੇਗੀ। The customer had expected it would be more। ਕਸਟਮਰ ਨੇ ਸੋਚਿਆ ਸੀ ਕਿ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਵੇਗੀ। He pretended to be shocked all the same and tried to bargain। ਪਰ ਉਸਨੇ ਫਿਰ ਵੀ ਇੱਕ ਦਿਖਾਵਾ ਕੀਤਾ ਕਿ ਉਸਨੂੰ ਇਹ ਕੀਮਤ ਬਹੁਤ ਜ਼ਿਆਦਾ ਲੱਗੀ ਹੈ ਤੇ ਉਸਨੇ ਥੋੜੀ ਜੀ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕੀਤੀ, ਰੇਟ ਘਟਾਉਣ ਦੀ ਕੋਸ਼ਿਸ਼ ਕੀਤੀ। ਦੱਤਾ withdrew to his corner without replying। ਦੱਤਾ ਉਹਦੀ ਗੱਲ ਵਿੱਚ ਹੀ ਛੱਡ ਕੇ ਆਪਣੇ ਕੋਨੇ ਤੇ ਚਲਾ ਗਿਆ ਬਿਨਾਂ ਉਸਨੂੰ ਕੋਈ ਜਵਾਬ ਦਿੱਤੇ। and began to cut a piece of plywood ਅਤੇ ਉਸਨੇ plywood ਦਾ ਪੀਸ ਕੱਟਣਾ ਸ਼ੁਰੂ ਕਰ ਦਿੱਤਾ। The customer hung about uncertainly for some time। ਤਾਂ ਗਾਹਕ ਅਨਿਸ਼ਚਿਤ ਜਿਹਾ ਖੜਾ ਹੋ ਕੇ ਥੋੜੀ ਦੇਰ ਉੱਥੇ ਦੇਖਦਾ ਰਿਹਾ। and finally asked ਅਤੇ ਅਖੀਰ ਉਸਨੇ ਪੁੱਛਿਆ when will you have it ready, ਤੂੰ ਇਹਨੂੰ ਕਦੋਂ ਰੈਡੀ ਕਰ ਦੇਵੇਂਗਾ? and barely heard the reply over the vibrating noise of the saw on the plywood 2 weeks from today। ਅਤੇ ਪਲਾਈਵੁੱਡ ਦੇ ਉੱਤੇ ਚੱਲ ਰਹੇ ਆਰੇ ਦੀ ਵਾਈਬ੍ਰੇਸ਼ਨ ਵਾਲੀ ਆਵਾਜ਼ ਦੇ ਵਿੱਚੋਂ ਮੁਸ਼ਕਲ ਨਾਲ ਹੀ ਇਹ ਸੁਣਿਆ ਕਿ ਅੱਜ ਤੋਂ 2 ਹਫ਼ਤੇ ਬਾਅਦ। ਦੱਤਾ had learnt by long experience that his customers never came punctually। ਦੱਤਾ ਨੇ ਆਪਣੇ ਕੰਮ ਦੇ ਲੰਬੇ ਤਜਰਬੇ ਤੋਂ ਇਹ ਸਿੱਖਿਆ ਸੀ ਕਿ ਉਸਦੇ ਗਾਹਕ ਕਦੀ ਵੀ ਸਮੇਂ ਸਿਰ ਆਪਣੀ ਦਿੱਤੀ ਹੋਈ ਤਸਵੀਰ ਲੈਣ ਨਹੀਂ ਆਉਂਦੇ। They came days in advance। ਉਹ ਕਈ ਵਾਰ ਤਾਂ ਦਿੱਤੇ ਹੋਏ ਸਮੇਂ ਤੋਂ ਵੀ ਪਹਿਲਾਂ ਆ ਜਾਂਦੇ ਹਨ। and went away disappointed। ਤੇ ਉਹਨਾਂ ਦੀ ਜਦੋਂ ਚੀਜ਼ ਤਿਆਰ ਨਹੀਂ ਹੁੰਦੀ ਤਾਂ ਫਿਰ ਉਹ ਨਿਰਾਸ਼ਾ ਦੇ ਵਿੱਚ ਮੁੜਦੇ ਵੀ ਹਨ। ਔਰ came months later ਤੇ ਜਾਂ ਤਾਂ ਕਈ ਵਾਰ ਉਹ ਮਹੀਨਿਆਂ ਬਾਅਦ ਆਉਂਦੇ ਹਨ। and some never turned up at all ਅਤੇ ਕਈ ਤਾਂ ਕਦੀ ਵੀ ਨਹੀਂ ਮੁੜ ਕੇ ਆਉਂਦੇ। and their pictures lay unclaimed in a box ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਤਸਵੀਰਾਂ ਜਿਨ੍ਹਾਂ ਤੇ ਕੋਈ ਵੀ ਆਪਣਾ ਹੱਕ ਨਹੀਂ ਜਮਾਉਂਦਾ ਉਹ ਬਾਕਸ ਵਿੱਚ ਹੀ ਪਈਆਂ ਰਹਿ ਜਾਂਦੀਆਂ ਹਨ। gathering dust ਉਹਨਾਂ ਤੇ ਧੂੜ ਜੰਮਦੀ ਰਹਿੰਦੀ ਹੈ। and feeding cockroaches and silver fish। ਸਿਲਵਰ ਫਿਸ਼ ਸਿਲਵਰ ਕਲਰ ਦਾ ਕੀੜਾ ਹੁੰਦਾ ਹੈ ਜੋ ਆਮ ਕਰਕੇ ਕੱਪੜਿਆਂ ਦੇ ਵਿੱਚ ਜਾਂ ਪੁਰਾਣੀਆਂ ਚੀਜ਼ਾਂ ਦੇ ਵਿੱਚ ਆ ਜਾਂਦਾ ਹੈ। ਸੋ ਜਿਹੜੀਆਂ ਤਸਵੀਰਾਂ ਅਨਕਲੇਮਡ ਪਈਆਂ ਰਹਿੰਦੀਆਂ ਹਨ ਉਹਨੂੰ ਜਾਂ ਤਾਂ ਕਾਕਰੋਚ ਖਾਂਦੇ ਰਹਿੰਦੇ ਹਨ ਜਾਂ ਉਹ ਸਿਲਵਰ ਫਿਸ਼ ਉਹਨਾਂ ਤੇ ਆ ਕੇ ਬੈਠ ਜਾਂਦੇ ਹਨ। Therefore he made frames for those who came to him and visited him at least twice before he actually executed their orders। ਸੋ ਇਸ ਕਰਕੇ ਉਹ ਸਿਰਫ ਉਹਨਾਂ ਦੇ ਹੀ ਫਰੇਮਸ ਬਣਾਉਂਦਾ ਸੀ ਜੋ ਫਰੇਮ ਦੇ ਬਣਨ ਤੋਂ ਪਹਿਲਾਂ ਉਸ ਕੋਲ 2 ਕੁ ਵਾਰ ਚੱਕਰ ਲਗਾ ਲੈਂਦੇ ਸੀ।